ਸਤਿ ਸ਼੍ਰੀ ਅਕਾਲ। ਰੈੱਡ ਬਾਕਸ ਦੇਖ ਰਹੇ ਹੋ ਤੁਸੀਂ। ਮੈਂ ਹਾਂ ਗੁਰਚੇਤ ਸਿੰਘ ਔਲਖ। ਗੱਲ ਕਰੀਏ ਜੇ ਸਿੱਖ ਸਰਦਾਰਾਂ ਦੀ, ਤਾਂ ਸਿੱਖ ਸਰਦਾਰਾਂ ਦੀ ਸ਼ੁਰੂ ਤੋਂ ਇੱਕ ਵਡਿਆਈ ਰਹੀ ਹੈ, ਜਾਂ ਉਹਨਾਂ ਦੀ ਹਮੇਸ਼ਾ ਹੀ ਇੱਕ ਕੋਸ਼ਿਸ਼ ਰਹੀ ਹੈ ਕਿ ਉਹਨਾਂ ਨੇ ਕਿਹਾ ਕਿ ਮੰਗ ਕੇ ਨਹੀਂ ਖਾਣਾ, ਭਾਵੇਂ ਥੋੜਾ ਖਾ ਲਵਾਂਗੇ। ਤਾਂ ਅੱਜ ਇੱਕ ਐਸੇ ਬਜ਼ੁਰਗ ਸਾਨੂੰ ਸੜਕ ਦੇ ਉੱਪਰ ਦਿਖਾਈ ਦਿੱਤੇ ਜੋ ਵਾਕਿਆ ਹੀ ਉਹਨਾਂ ਦਾ ਇਹ ਕਹਿਣਾ ਸੀ ਕਿ ਪੁੱਤ ਅਸੀਂ ਮੰਗ ਕੇ ਨਹੀਂ ਖਾਣਾ, ਥੋੜੀ ਖਾ ਲਾਂਗੇ, ਰਾਤ ਨੂੰ ਭੁੱਖੇ ਸੌਂ ਜਾਵਾਂਗੇ। ਤਾਂ ਉਮਰ ਕਰੀਬ ਬਾਪੂ ਦੀ 60 ਸਾਲ ਹੋਣੀ ਆ। ਤਾਂ ਜਦੋਂ ਅਸੀਂ ਰਸਤੇ ਤੇ ਗੁਜ਼ਰ ਰਹੇ ਸੀ, ਤਾਂ ਜਦੋਂ ਅਸੀਂ ਬਾਪੂ ਜੀ ਨੂੰ ਦੇਖਿਆ ਤਾਂ ਬਜ਼ੁਰਗ ਸਰੀਰ ਤੇ ਇੱਕ ਰਿਸ਼ਕਾ ਜਿਹੜਾ ਹੁੰਦਾ ਜਿਹਦੇ ਉੱਪਰ ਸਵਾਰੀਆਂ ਢੋਈਆਂ ਜਾਂਦੀਆਂ ਨੇ, ਉਹਦੇ ਉੱਪਰ ਬਾਪੂ ਜੀ ਨੇ ਬੱਚਿਆਂ ਦੇ ਖਿਡੌਣੇ ਟੰਗੇ ਹੋਏ ਸੀ। ਤਾਂ ਉਹ ਖਿਡੌਣੇ ਵੇਚ ਰਹੇ ਸੀ। ਤਾਂ ਦੇਖ ਕੇ ਦਿਲ ਕੀਤਾ ਕਿ ਬਾਪੂ ਜੀ ਨਾਲ ਰਾਬਤਾ ਕਾਇਮ ਕਰੀਏ ਕਿ ਬਜ਼ੁਰਗ ਅਵਸਥਾ ਦੇ ਵਿੱਚ ਵੀ ਇਹ ਕਿੱਤਾ ਕਿਉਂ ਕੀਤਾ ਜਾ ਰਿਹਾ ਹੈ, ਤਾਂ ਕਿਉਂ ਇਦਾਂ ਦੇ ਖਿਡੌਣੇ ਲਾ ਕੇ ਉਹ ਵੀ ਰਿਸ਼ਕੇ ਦੇ ਉੱਪਰ ਵੇਚੇ ਜਾ ਰਹੇ ਨੇ। ਤਾਂ ਅਸੀਂ ਗੱਲਬਾਤ ਕਰਨੀ ਚਾਹੀ। ਤਾਂ ਉਹ ਜਦੋਂ ਬਾਪੂ ਜੀ ਦੀਆਂ ਗੱਲਾਂ ਕੀਤੀਆਂ ਤਾਂ ਉਹ ਤੁਹਾਨੂੰ ਇੱਕ ਵਾਰ ਬਾਪੂ ਜੀ ਦੇ ਨਾਲ ਮੁਲਾਕਾਤ ਵੀ ਕਰਵਾਉਣੇ ਆ, ਤਾਂ ਬਾਪੂ ਜੀ ਦੇ ਨਾਲ ਤੁਹਾਡਾ ਵੀ ਰਾਬਤਾ ਕਾਇਮ ਕਰਵਾਉਣੇ ਆ। ਬਾਪੂ ਜੀ ਸਤਿ ਸ਼੍ਰੀ ਅਕਾਲ, ਪੈਰੀ ਪੈਨੇ ਆ ਜੀ। ਪਹਿਲਾਂ ਤਾਂ ਸਿਹਤਾਂ ਦੱਸੋ ਕਿਵੇਂ ਨੇ ਜੀ? ਠੀਕ ਹੈ ਜੀ। ਬਾਪੂ ਜੀ ਰਿਸ਼ਕੇ ਤੇ ਉਮਰ 60 ਸਾਲ ਹੋ ਗਈ ਆ, ਤਾਂ ਫਿਰ ਵੀ ਰਿਸ਼ਕੇ ਦੇ ਉੱਪਰ ਕਿਵੇਂ ਗੁਜ਼ਾਰਾ ਕਰ? ਦੇਖੋ ਜੀ, ਗੁਜ਼ਾਰਾ ਤੇ ਮਤਲਬ ਕਿ ਕਰਨਾ ਠੀਕ ਹੈ, ਗੁਜ਼ਾਰਾ ਕਰਨਾ ਚਾਹੀਦਾ। ਪਰ ਰਿਸ਼ਕੇ ਦੇ ਕਿਵੇਂ ਸੋਚਿਆ ਵੀ ਮੈਂ ਆ ਬਾਜ਼ੀਆਂ ਰੱਖ ਕੇ ਬੱਚਿਆਂ ਦੇ ਖਿਡੌਣੇ ਰੱਖ ਕੇ ਵੇਚਾਂ? ਦੇਖੋ ਇਹ ਹੁਣ ਮਸ਼ੀਨਰੀ ਦਾ ਯੁੱਗ ਹੈ, ਮਸ਼ੀਨਰੀ ਬਹੁਤ ਆ ਗਈ ਤੇ ਨਹੀਂ ਮਤਲਬ ਕਿ ਰਿਕਸ਼ੇ ਦਾ ਕੰਮ ਹੁੰਦਾ ਨਹੀਂ ਹੈ, ਕਿਉਂਕਿ ਤੁਹਾਨੂੰ ਪਤਾ ਕਿ ਮਸ਼ੀਨਰੀ ਦਾ ਯੁੱਗ ਚੱਲਣਾ, ਮਸ਼ੀਨਰੀ ਬਹੁਤ ਹੈ ਤੇ ਇਹ ਜਿਹੜਾ ਰਿਕਸ਼ੇ ਦਾ ਕੰਮ ਹੈ ਘੱਟ ਤੇ ਚਲੋ ਇਹਦੇ ਵਿੱਚ ਖਿਡੌਣੇ ਰੱਖੇ ਤੇ ਰਾਤ ਨੂੰ ਚਲੋ ਕੋਈ 100-200 ਰੁਪਇਆ ਲੱਭ ਜਾਏਗਾ ਤੇ ਚਲੋ। ਮਤਲਬ 100-200 ਰੁਪਏ ਪਿੱਛੇ ਤੁਸੀਂ ਇਹ ਰੇੜੀ ਲਾਈ? ਇਹ ਨਹੀਂ ਹੈ ਕਿ ਬਾਪੂ ਜੀ ਘਰੇ ਆਮ ਨੇ ਤਾਂ ਲੋਕੀ ਬੈਠ ਜਾਂਦੇ ਨੇ, ਘਰੇ ਬਹਿ ਕੇ ਖਾ ਲਾਂਗੇ ਜਾਂ ਮੰਗ ਕੇ ਖਾ ਲਾਂਗੇ? ਨਹੀਂ, ਘਰੇ ਬੈਠਣਾ ਵੀ ਨਹੀਂ ਚਾਹੀਦਾ, ਕਿਉਂਕਿ ਇਹਦੇ ਵਿੱਚ ਜਿਹੜਾ ਉਹ ਆਪਣਾ ਬੱਚਾ ਆ ਉਹ ਵੀ ਤੰਗ ਹੋਣਗੇ ਜੇ ਹੁਣ ਤੋਂ ਹੀ ਬੈਠ ਕੇ, ਤੇ ਫਿਰ ਉਹ ਨਹੀਂ ਤਾਂ ਸਫਰ ਕਰਨਾ। ਪਰਿਵਾਰਕ ਮੈਂਬਰ ਕਿੰਨੇ ਨੇ ਬਾਪੂ ਜੀ? ਪਰਿਵਾਰ ਦੇ ਮੈਂਬਰ ਹੋਣਗੇ 4-5। ਧੀਆਂ ਪੁੱਤ ਕਿੰਨੇ? ਇੱਕ ਲੜਕਾ ਇੱਕ ਲੜਕੀ। ਅੱਛਾ, ਤੇ ਲੜਕਾ ਕੀ ਕਰਦਾ ਬਾਪੂ ਜੀ? ਉਹੀ ਉਹ ਮਿਹਨਤੀ ਕਰਦਾ, ਦਿਹਾੜੀ ਕਰਦਾ। ਅੱਛਾ, ਫਿਰ ਰਿਸ਼ਕੇ ਤੇ ਤੁਸੀਂ ਬਾਜ਼ੀਆਂ ਰੱਖ ਕੇ ਜਦੋਂ ਬਾਜ਼ਾਰ ਦੇ ਵਿੱਚ ਜਾਂਦੇ ਹੋ ਕਿੰਨੀ ਕੁ ਵਿਕਰੀ ਹੋ ਜਾਂਦੀ ਹੈ? ਵਿਕਰੀ ਵੇਖੋ ਜੀ, ਮਤਲਬ ਕਿ ਇੰਨੀ ਨਹੀਂ ਹੁੰਦੀ। ਚਲੋ ਕੋਈ ਇਹਨਾਂ ਆ ਕਿ ਅਸੀਂ ਵੀ ਨਾਲੇ ਉਹ ਰਿਕਸ਼ਾ ਚਲਾਉਂਦੇ ਆ, ਕੋਈ ਮਿਹਨਤ ਕਰਦੇ ਆ ਤੇ ਕਰਦੇ ਕੋਈ ਏਦਾਂ ਗਾਹਕ ਮਿਲ ਜਾਂਦਾ, ਕੋਈ ਆਪਣਾ ਮਿਲ ਜਾਂਦਾ ਸਭ। ਪਰ ਹੁੰਦਾ ਨਹੀਂ ਯਾਰ ਬਜ਼ੁਰਗ ਸਰੀਰ ਰਿਸ਼ਕਾ ਚਲਾਇਆ ਨਹੀਂ? ਨਹੀਂ ਕੋਈ ਗੱਲ ਨਹੀਂ, ਕੋਈ ਇੰਨੀ ਦਿੱਕਤ ਨਹੀਂ ਕੀ। ਰਾਤ ਨੂੰ ਪੈਸੇ ਵੱਟ ਕੇ ਜਦੋਂ ਘਰੇ ਜਾਂਦੇ ਹੋ ਖੁਸ਼ੀ ਹੁੰਦੀ ਹੈ? ਉਹ ਤਾਂ ਖੁਸ਼ੀ ਹੋਣੀ ਹੈ, ਮਤਲਬ ਕਿ ਆਪਣਾ ਜਿਹੜਾ ਟਾਈਮ ਲੰਘਦਾ ਜਾਏ ਚੰਗਾ ਟਾਈਮ। ਹਰ ਬੰਦਾ ਚਾਹੁੰਦਾ ਕਿ ਮੇਰਾ ਟਾਈਮ ਚੰਗਾ ਲੱਗੇ। ਕਿੱਥੋਂ ਦੇ ਰਹਿਣ ਵਾਲੇ ਬਾਪੂ ਜੀ ਤੁਸੀਂ? ਮੇਰਾ ਪਿੰਡ 에ਅਰਪੋਰਟ ਤੱਕ ਗਿਆ। ਅੱਛਾ, 에ਅਰਪੋਰਟ ਤੋਂ ਡੇਲੀ ਅੰਮ੍ਰਿਤਸਰ ਦੇ ਵਿੱਚ ਆਉਂਦੇ ਆ ਰਿਸ਼ਕੇ ਦੇ ਉੱਪਰ? ਇਹ ਸਮਾਨ ਕਿੰਨੇ ਕੁ ਦਾ ਸੇਲ ਕਰਦੇ ਹੋ ਤੇ ਕਿੰਨੀ ਕੁ ਵਿਕਰੀ ਹੋ ਜਾਂਦੀ ਸ਼ਾਮਾਂ ਤੱਕ? ਵੇਖੋ ਜੀ, ਕੰਮ ਮੈਂ ਤਾਂ ਤੁਹਾਨੂੰ ਦੱਸਿਆ ਇੰਨਾ ਹੀ ਮਿਲ ਜੇ 100-200 ਦਾ ਹੀ, ਕਿ ਹੋਰ ਇੰਨਾ ਕਿੰਨੀ ਕੁ ਸੇਲ ਹੋ ਜਾਏਗੀ। ਤੁਹਾਨੂੰ ਪਤਾ ਬੜੇ ਸਟੋਰ ਪੈ ਗਏ ਨੇ, ਖਿਡੌਣੇ ਤਾਂ ਬਹੁਤ ਬੜੇ ਮਹਿੰਗੇ ਨੇ। ਫਿਰ ਇਹ ਬੱਚੇ ਖਰੀਦ ਲੈਂਦੇ ਨੇ ਤੁਹਾਡੇ ਗਲੀਆਂ ਦੇ ਵਿੱਚ ਜਾ ਕੇ? ਕਿਤੇ ਖਰੀਦ ਲੈਂਦੇ। ਕਦੀ ਇਹ ਨਹੀਂ ਹੁੰਦਾ ਕਿ ਕੋਈ ਇਹ ਦੇਖ ਕੇ ਕਿ ਬਜ਼ੁਰਗ ਬਾਪੂ ਆ, ਚੱਲ ਅਸੀਂ ਥੋੜੀ ਬਹੁਤੀ ਹੈਲਪ ਕਰ ਦਈਏ, ਜਾਂ ਉਦਾਂ ਹੀ ਪੈਸੇ ਦੇ ਜਾਂਦੇ? ਨਹੀਂ ਜੀ, ਕਈ ਵਾਰ ਕਰ ਵੀ ਦਿੰਦੇ, ਹੈਲਪ ਕਰ ਵੀ ਦਿੰਦੇ ਆ। ਐਡੀ ਗੱਲ ਨਹੀਂ ਕਿ ਨਹੀਂ ਕਰਦੇ। ਮਤਲਬ ਉਦਾਂ ਹੀ ਬਾਪੂ ਜੀ ਨੂੰ ਬਜ਼ੁਰਗ ਦੇਖ ਕੇ ਕਰ ਦਿੰਦੇ ਜੀ, ਹੈਲਪ ਕਰ ਦਿੰਦੇ। ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਹੈਲਪ ਨਹੀਂ ਕਰਦੇ, ਜ਼ਰੂਰ ਕਰ ਦਿੰਦੇ। ਫਿਰ ਲਾਕਡਾਊਨ ਦੇ ਵਿੱਚ ਕਿਵੇਂ ਬਾਪੂ ਜੀ ਗੁਜ਼ਾਰਾ ਕੀਤਾ? ਲਾਕਡਾਊਨ ਦੇ ਵਿੱਚ ਵੀ ਹੈਲਪ ਕਰ ਦਿੰਦੇ ਰਹੇ। ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ ਸਾਡੀ ਨਹੀਂ ਕੀਤੀ। ਚਲੋ ਹੋਰ ਕਿਸੇ ਦਾ ਤਾਂ ਸਾਨੂੰ ਪਤਾ ਨਹੀਂ, ਹੋ ਜਾਂਦੀ ਰਹੀ ਹੈਲਪ। ਬੜੇ ਬੱਚੇ ਚੰਗੇ ਨੇ, ਅਮੀਰ ਘਰਾਂ ਦੇ ਬੱਚੇ ਨੇ, ਕਈ ਉਹ ਕਰ ਦਿੰਦੇ ਨੇ। ਗਰਮੀ ਜਿਵੇਂ ਪੈਂਦੀ ਆ ਤੇ ਰਿਸ਼ਕਾ ਚਲਾਉਂਦੇ ਹੋ, ਤੇ ਫਿਰ ਹੁੰਦਾ ਨਹੀਂ ਹੈ ਕਿ ਯਾਰ ਮੈਂ ਵੀ ਸ਼ਾਮੇ ਬਹਿ ਕੇ ਘੜੀ ਦਾਮ ਲੈ ਲਾਂ? ਕਈ ਵਾਰ ਬੈਠ ਜਾਂਦੇ, ਘੰਟਾ ਬੈਠ ਜਾਂਦੇ ਆ। ਤੇ ਹੈ ਹੀ ਆ, ਜਦੋਂ ਗਰਮੀ ਹੁੰਦੀ ਹੈ ਕਿ ਪਤਾ ਲੱਗਦਾ। 2-3 ਦਿਨ ਹੋ ਗਏ ਮੀਂਹ ਪਿਆ, ਉਹਨਾਂ ਥੋੜਾ ਫਰਕ ਹੈ। ਪਹਿਲੇ ਬੜੀ ਗਰਮੀ, 4-5 ਦਿਨ ਬੜੀ ਗਰਮੀ ਪਈ, ਉਹਨਾਂ ਕਈ ਵਾਰ ਬੈਠ ਹੀ ਆਈਦਾ ਸ਼ਾਮੇ। ਬਾਪੂ ਜੀ ਫਿਰ ਉਹ ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਵੀ ਬੋਰਡ ਲਾਇਆ ਹੋਇਆ, ਕਿਸਾਨਾਂ ਦੇ ਨਾਲ ਵੀ ਹਿਮਾਇਤ ਕੀਤੀ? ਦੇਖੋ ਜੀ, ਇਹ ਤਾਂ ਮੈਨੂੰ ਉੱਥੋਂ ਮਿਲ ਗਿਆ ਸੀ ਰਾਹ ਦੇ ਵਿੱਚੋਂ, ਤਾਂ ਮੈਂ ਰੱਖ ਲਿਆ। ਅੱਛਾ, ਤੇ ਵੈਸੇ ਹੈ ਤਾਂ ਇਹ ਕਿਰਤੀ ਦੇ ਵਿੱਚ ਹੀ ਹੋਣੇ। ਕਿਰਤੀ ਕਿਸਾਨ ਯੂਨੀਅਨ ਦੇ ਵਿੱਚ ਕਿਰਤੀ ਦੇ ਨਾਲ ਤੁਸੀਂ ਕਿਰਤ ਕਰ ਰਹੇ ਹੋ?
ਇਹ ਕਿਰਤ ਮਤਲਬ ਕਿ ਆ ਜਿਹੜੀ ਹੈ ਆਪਾਂ ਮਿਹਨਤ ਕਰਦੇ ਜਾਂ ਕਿਵੇਂ ਕੋਈ ਦਿਹਾੜੀ ਦਾ ਕੰਮ ਲਾ ਲਓ ਜਾਂ ਕੋਈ ਵੀ ਕੰਮ ਹੈ ਉਹ ਕਿਰਤੀ ਹੈ। ਤੇ ਬਾਪੂ ਜੀ ਦਾ ਜਿਹੜਾ ਇਹ ਤਿਆਰ ਕੀਤਾ ਹੋਇਆ ਜੁਗਾੜ ਕਹਿ ਲਓ ਜਾਂ ਬਾਪੂ ਦੀ ਜਿਵੇਂ ਮਹਿੰਗਾਈ ਵੱਧ ਰਹੀ ਹੈ ਹਾਂਜੀ ਹਾਂਜੀ ਤੇ ਇਹਦੇ ਨਾਲ ਜਿਵੇਂ ਮਸ਼ੀਨਰੀਆਂ ਆ ਰਹੀਆਂ ਨੇ ਤੇ ਲੋਕੀ ਜਿਹੜੇ ਕਿਸੇ ਨੇ ਸਵਾਰੀ ਨੇ ਜਾਣਾ ਵੀ ਹੈ ਤੇ ਉਹ ਮਸ਼ੀਨਰੀ ਤੇ ਜਾਣਾ ਪਸੰਦ ਕਰਦਾ ਕਿ ਅਸੀਂ ਛੇਤੀ ਪਹੁੰਚਾਂਗੇ ਤੇ ਬਜ਼ੁਰਗ ਸਰੀਰ ਵੇਖ ਕੇ ਉਹ ਬੰਦਾ ਰਿਸ਼ਕੇ ਤੇ ਵੀ ਨਹੀਂ ਬਹਿੰਦਾ ਕਿ ਬਾਪੂ ਨੇ ਜੇ ਗਿਆ ਤਾਂ ਬਾਪੂ ਨੇ ਹੌਲੀ ਹੌਲੀ ਟਿਚਕ ਜਾਣਾ ਤੇ ਉਹਨੇ ਚੱਕ ਨੂੰ ਤਾਂ ਅਸੀਂ ਆਪਦਾ ਕੰਮ ਕਰਕੇ ਵਿਹਲੇ ਹੋ ਜਾਣਾ। ਸੋ ਉਹਦੇ ਕਰਕੇ ਬਾਪੂ ਜੀ ਦਾ ਰਿਸ਼ਕਾ ਵਿਹਲਾ ਸੀ, ਸਵਾਰੀ ਬਹਿੰਦੀ ਕੋਈ ਨਹੀਂ ਸੀ। ਫਿਰ ਬਾਪੂ ਜੀ ਨੇ ਇਸੇ ਰਿਸ਼ਕੇ ਦੇ ਉੱਪਰ ਆਪਣਾ ਸਮਾਨ ਰੱਖਿਆ, ਜਿਹੜੇ ਛੋਟੇ ਛੋਟੇ ਖਿਡੌਣੇ ਬੱਚਿਆਂ ਦੇ ਖੇਡਣ ਵਾਸਤੇ। ਤੇ ਤਸਵੀਰਾਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚਿਆਂ ਦੇ ਬਾਬਾ ਦੀਪ ਸਿੰਘ ਦੀ ਫੋਟੋ ਆ, ਹੋਰ ਜਿਹੜੇ ਛੋਟੇ ਛੋਟੇ ਖਿਡੌਣੇ ਬਾਪੂ ਜੀ ਨੇ ਰੱਖੇ ਆ ਕਿ ਉਹਦੇ ਨਾਲ ਬਾਪੂ ਕਹਿੰਦਾ ਕਿ ਮੈਨੂੰ ਜ਼ਿਆਦਾ ਨਹੀਂ, ਮੈਨੂੰ ਇੱਕ ਖਿਡੌਣੇ ਪਿੱਛੋਂ 10-20 ਰੁਪਏ ਨਿਕਲ ਆਉਂਦੇ ਆ ਸ਼ਾਮਾਂ ਨੂੰ, ਜੇ 100 ਬਣ ਗਿਆ 200 ਬਣ ਗਿਆ ਉਹਦੇ ਨਾਲ ਕਿ ਸਾਡੀ ਘਰ ਦਾ ਗੁਜ਼ਾਰਾ ਚੱਲਦਾ। ਕਹਿੰਦਾ ਜੇ ਮੈਂ ਪੱਕਾ ਹੀ ਘਰੇ ਬਹਿ ਗਿਆ ਤੇ ਮੈਂ ਪਰਿਵਾਰ ਨੂੰ ਰੋਟੀ ਕਿਵੇਂ ਖਵਾਉਂਗਾ। ਆਏ ਤਾਂ 60 ਸਾਲ ਉਮਰ, ਕਹਿੰਦਾ ਮੈਂ ਚੱਲ ਫਿਰ ਸਕਦਾ ਹਾਂ, ਸਰੀਰ 'ਚ ਦਮ ਹੈਗਾ, ਤੇ ਜੇ ਮੈਂ ਹੁਣੇ ਵਿਹਲਾ ਬਹਿ ਗਿਆ ਤਾਂ ਮੇਰਾ ਪਰਿਵਾਰ ਤਾਂ ਟਾਈਮ ਨੇ ਭੁੱਖਾ ਮਰ ਜੂਗਾ। ਤੇ ਬਾਪੂ ਕਹਿੰਦਾ ਮੈਂ ਹੌਸਲਾ ਜਿਹੜਾ ਉਹ ਉਦਾਂ ਹੀ ਕਾਇਮ ਰੱਖਿਆ, ਚਾਹੇ ਬਜ਼ੁਰਗ ਸਰੀਰ ਆ। ਕਹਿੰਦਾ ਜੋ ਪਾਸੇ ਨਾ ਸਹੀ ਤਾਂ ਕਹਿੰਦਾ ਮੇਰੇ ਇਸੇ ਨੂੰ ਹੀ ਇੱਕ ਚੱਲਦਾ ਫਿਰਦਾ ਸਟੋਰ ਬਣਾ ਲਿਆ। ਹਾਂਜੀ, ਹਰ ਆਦਮੀ ਨੂੰ ਇਹੀ ਚਾਹੀਦਾ ਕਿ ਮਿਹਨਤ ਕਰਨ ਦੇ ਨਾਲ ਜਿਹੜਾ ਆਪਣਾ ਬੱਚਾ ਉਹਦੇ ਨਾਲ ਉਹ ਤੰਗ ਨਹੀਂ ਹੁੰਦਾ, ਭਾਵੇਂ ਕਿੰਨਾ ਵੀ ਕੋਈ ਅਮੀਰ ਵੀ ਹੋਵੇ ਉਹ ਵੀ ਉਹਨੂੰ ਵੀ ਕਰਨਾ ਚਾਹੀਦਾ। ਮਤਲਬ ਆਪਦੇ ਬੱਚਿਆਂ ਨੂੰ ਕੋਈ ਦੁਖੀ ਨਹੀਂ ਦੇਖਣਾ ਚਾਹੁੰਦਾ। ਤੇ ਫਿਰ ਬਾਪੂ ਜਿਵੇਂ ਹੁਣ ਤੁਸੀਂ ਕਿਹਾ ਕਿ ਮੈਂ ਆਪਦੇ ਪੁੱਤ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ, ਮੈਂ ਉਹ ਤੇ ਬੋਝ ਨਹੀਂ ਬਣਨਾ ਚਾਹੁੰਦਾ, ਤੇ ਮੈਂ ਤਾਂ ਮਿਹਨਤ ਕਰਕੇ ਆਪਦਾ ਰੋਟੀ ਪਾਣੀ ਕਰ ਰਿਹਾ। ਤੇ ਫਿਰ ਬਾਪੂ ਉਹ ਵੀ ਨਾਲ ਇੰਨਾ ਪਿਆਰ ਕਰਦਾ, ਪੁੱਤ ਵੀ। ਇਹ ਹੁਣ ਜਿਸ ਤਰ੍ਹਾਂ ਦਾ ਟਾਈਮ ਚੱਲਣ ਡਿਆ ਇਹਦੇ ਬਾਰੇ ਨਹੀਂ ਕੋਈ ਪਤਾ, ਇਹਦੇ ਬਾਰੇ ਕਰਦਾ ਚਾਹੇ ਨਹੀਂ ਕਰਦਾ, ਲੇਕਿਨ ਆਪਣੀ ਡਿਊਟੀ ਮੈਂ ਆਪਣੀ। ਪਰ ਫਿਰ ਬਾਪੂ ਤੂੰ ਫਿਰ ਵੀ ਦੱਸ, ਪੁੱਤ ਤੇਰਾ ਪਿਆਰ ਕਰਦਾ ਤੈਨੂੰ ਕਿ ਨਹੀਂ ਕਰਦਾ? ਕਰਦਾ ਕਿੰਨਾ ਕੁ ਪਿਆਰ ਕਰਦਾ? ਕਰਦਾ ਪਰ ਇੱਕ ਤੇ ਹੈਗਾ ਸਾਰਾ, ਤੇ ਉਹ ਕੀ ਮਤਲਬ ਇੰਨਾ ਨਹੀਂ ਹੁੰਦਾ ਇਹਦੇ ਵਿੱਚ ਹੀ ਜਿਹੜਾ ਜਿਵੇਂ ਕਿ ਦੋ ਜ਼ਰੂਰੀ ਹੈ, ਜਾਂ ਤੈਨੂੰ ਤੋਂ ਇੱਕ ਦੂਜਾ ਫਿਰ ਮਤਲਬ ਫਿਰ ਉਦੋਂ ਬਾਪੂ ਦੀ ਲੜਾਈ ਹੋਣ ਲੱਗੀ, ਬਾਪੂ ਮੇਰੇ ਵੱਲ ਆ ਜਾ, ਤੂੰ ਮੇਰੇ ਵੱਲ ਆ ਜਾ, ਫਿਰ ਘਰਾਂ 'ਚ ਲੜਾਈ ਹੋਣ ਲੱਗ ਪੈਂਦੀ ਹੈ, ਕੰਧਾਂ ਹੋਣ ਲੱਗ ਜਾਂਦੀਆਂ। ਤੇ ਜਦੋਂ ਕੰਧਾਂ ਹੋਣ ਲੱਗ ਪਈਆਂ ਫਿਰ ਬਾਪੂ ਘਰੋਂ ਬਾਹਰ ਹੋ ਜਾਂਦਾ। ਪਹਿਲਾਂ ਲੜਦੇ ਨੇ ਕਿ ਬਾਪੂ ਮੇਰੇ ਵੱਲ ਕਰਦੇ, ਬਾਪੂ ਮੇਰੇ ਵੱਲ ਕਰਦੇ, ਜਿੰਨਾ ਚਿਰ ਬਾਪੂ ਕਮਾਉਂਦਾ, ਤੇ ਜਦੋਂ ਕੰਧਾਂ ਹੋ ਜਾਂਦੀਆਂ ਨੇ ਫਿਰ ਬਾਪੂ ਘਰੋਂ ਬਾਹਰ ਹੋ ਜਾਂਦਾ ਕਿ ਬਾਪੂ ਚੱਲ ਤੂੰ ਫਿਰਦਾ ਆਸ਼ਰਮ। ਇਹ ਮਹਿੰਗਾਈ ਹੈ ਨਾ, ਇੰਨੀ ਮਹਿੰਗਾਈ ਹੋਣੀ ਇਦਾਂ ਤੇ ਨਾ, ਮੈਂ ਇਹ ਚਾਹੁੰਦਾ ਕਿ ਮਿਹਨਤ ਜਿਹੜੀ ਹੈ ਸਾਰੇ ਕਰਨੀ। ਹਾਂ, ਬਾਪੂ ਦੀ ਸੋਚ ਤੁਸੀਂ ਦੇਖ ਸਕਦੇ ਹੋ। ਬਾਪੂ ਕਹਿੰਦਾ ਕਿ ਚਾਹੇ ਮੇਰਾ ਪੁੱਤ ਕਮਾਉਂਦਾ ਵੀ ਆ, ਠੀਕ ਆ, ਵਾਹਿਗੁਰੂ ਦੀ ਕਿਰਪਾ ਵਾ, ਜਿੰਨਾ ਵੀ ਉਹ ਲੈ ਕੇ ਆਉਂਦਾ ਵਾ, ਪਰ ਮੈਂ ਆਪਦੇ ਪੁੱਤ ਤੇ ਫਿਰ ਵੀ ਬੋਝ ਨਹੀਂ ਬਣਨਾ ਚਾਹੁੰਦਾ। ਮੈਂ ਉਹਨੂੰ ਇਹ ਨਹੀਂ ਚਾਹੁੰਦਾ ਕਿ ਹਾਂ ਵੀ ਜਿਹੜਾ ਮੇਰਾ ਪੁੱਤ ਕਮਾਉਂਦਾ ਏ ਉਹ ਸਾਨੂੰ ਖਵਾਈ ਜਾਵੇ। ਉਹ ਕਹਿੰਦੇ ਨੇ ਵੀ ਸਾਡੀਆਂ ਲੱਤਾਂ ਪੈਰਾਂ ਜਿਹੜੀਆਂ ਚੱਲਦੀਆਂ ਨੇ, ਜਿੰਨਾ ਚਿਰ ਉਹਨਾਂ ਚਿਰ ਅਸੀਂ ਆਪਦਾ ਕਮਾ ਕੇ ਖਾਵਾਂਗੇ। ਤੇ ਜਦੋਂ ਵਾਹਿਗੁਰੂ ਨੂੰ ਕਿਹਾ ਕਿ ਉਹ ਭਾਣਾ ਮਨਜ਼ੂਰ ਹੋਇਆ, ਫਿਰ ਜਿਵੇਂ ਜਿਵੇਂ ਸਵਾਸ ਚੱਲਦੇ ਰਹੇ ਉਵੇਂ ਉਵੇਂ ਜਿਵੇਂ ਜਿਵੇਂ ਘੜੀਆਂ ਚੱਲਦੀਆਂ ਪਈਆਂ। ਬਾਪੂ ਅੱਜ ਕੱਲ੍ਹ ਜਿਵੇਂ ਮੰਨਿਆ ਜਾਂਦਾ ਕਿ ਬਹੁਤੀ ਬਣਦੀ ਨਹੀਂ ਆ, ਜਾਂ ਨਹੁੰ ਸੱਸ ਦੀ ਜਾਂ ਪਿਓ ਪੁੱਤ ਦੀ। ਉਹ ਪਿੱਛੇ ਜੇ ਗਾਣਾ ਵੀ ਆਇਆ ਸੀ, ਪਿਓ ਨੇ ਪੁੱਤ ਦੀ ਦਾੜੀ ਫੜ ਲਈ ਤੇ ਮਾਂ ਨੇ ਧੀ ਦਾ ਜੂੜਾ। ਤੇ ਇਹ ਕਨਸੈਪਟ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਹੋ ਆਪਣੇ ਪੁੱਤ ਨੂੰ, ਪਰ ਜਿਹੜੇ ਪੁੱਤ ਇਦਾਂ ਕਰਦੇ ਨੇ ਆਪਣੇ ਬਾਪਿਆਂ ਦੇ ਨਾਲ, ਪਿਓ ਇੰਨਾ ਸੋਚਦਾ ਆਪਣੇ ਪੁੱਤ ਲਈ, ਤੇ ਪਰ ਜਿਹੜੇ ਪੁੱਤ ਨੇ ਉਹ ਕਿਉਂ ਨਹੀਂ ਸੋਚਦੇ ਆਪਣੇ ਪਿਓ? ਵੇਖੋ ਜੀ, ਮੈਂ ਤੇ ਇਹ ਗੱਲ ਕਹਿਣਾ ਕਿ ਉਹ ਜਿਹੜੀਆਂ ਸਾਡੇ ਟਾਈਮ ਨਾਲ ਜਿਹੜੀ ਜਿਵੇਂ ਪੜ੍ਹਾਈ ਸੀ, ਉਹ ਵੱਧ ਤੋਂ ਵੱਧ ਉਹ ਮਤਲਬ ਕਿ ਛੋਟੀਆਂ ਮਤਲਬ ਕਿ ਬਿਲਡਿੰਗਾਂ ਲਾ ਲਓ, ਜਿਵੇਂ 10-12 ਫੁੱਟ ਦੀ, ਉਹ ਤਾਂ ਮਤਲਬ ਕਿ ਚੱਲ ਗਿਆ 40-40 ਫੁੱਟ ਉੱਚੇ ਪੜ੍ਹਾਈਆਂ ਹੁੰਦੀਆਂ ਹੋਣ। ਇਹ ਗੱਲ ਹੈ, ਮਤਲਬ ਦੁਨੀਆ ਬਦਲ ਗਈ, ਯੁੱਗ ਬਦਲ ਗਿਆ, ਤਾਂ ਕਰਕੇ ਕਲਯੁੱਗ ਜਿਹੜਾ ਉਹਨੇ ਆਪਦਾ ਹੱਕ ਜਮਾ ਲਿਆ ਦੇਖੋ, ਤੇ ਉਹਦੇ ਕਰਕੇ ਜਿਹੜੇ ਪਿਆਰ ਨੇ ਉਹ ਫਿੱਕੇ ਹੋ ਗਏ। ਮਤਲਬ ਹਾਂਜੀ, ਇਹ ਇੱਕ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਗਰੀਬ ਬੰਦੇ ਆ ਤੇ ਕਿ ਸਾਡਾ ਹੀ ਆ, ਪਰ ਮੇਰੇ ਵੇਖਣ ਚ ਆਉਂਦਾ ਕਿ ਇਹ ਸਾਰੇ ਹੀ ਬਿਲਕੁਲ। ਇਹਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਚੰਗੀ, ਮੈਂ ਗੱਲ ਹੀ ਕੀਤੀ, ਠੀਕ ਹੈ ਗੱਲ, ਕਿ ਜਿਵੇਂ ਗਲਤ ਹੈ। ਮਤਲਬ ਸਮਾਂ ਬਦਲਣ ਦੇ ਕਰਕੇ ਜਿਹੜਾ ਪਿਆਰ ਆ ਉਹ ਦੂਰ ਬਣ ਗਿਆ।
ਇਹ ਜਿਹੜੀ ਦੌੜ ਲੱਗੀ ਆ ਨਾ ਉਹ ਦੌੜੀ ਜਾ ਰਿਹਾ ਤਾਂ ਬਿਲਕੁਲ ਜੀ ਸਰਵਣ ਪੁੱਤ ਬਹੁਤ ਘੱਟ ਮਿਲਦੇ ਬਾਪੂ। ਮੈਂ ਤੇ ਤੁਹਾਨੂੰ ਪਹਿਲਾਂ ਕਿਹਾ, ਹੁਣ ਜਿਹੜੀ ਸਰਵਣ ਬਾਰੇ ਤੁਸੀਂ ਗੱਲ ਆ, ਹੋ ਸਕਦਾ ਕਿ ਤੁਸੀਂ ਵੇਖ ਲਓ ਜਾ ਕੇ ਕਿਤਾਬ ਖੋਲੋ, ਜਿਹੜੀ ਹੈ ਅੱਜ ਦੀ ਕਿਤਾਬ ਖੋਲੋ, ਉਹਦੇ ਵਿੱਚ ਹੋ ਸਕਦਾ ਕਿ ਸਰਵਣ ਦੀ ਨਾ ਹੋ, ਨਹੀਂ ਨਾ ਹੋਏਗੀ, ਤੇ ਫਿਰ ਕੌਣ ਯਾਦ ਕਰੇ। ਤਾਂ ਵਾਕਈ ਬਾਪੂ ਦੀਆਂ ਗੱਲਾਂ ਕੀਤੀਆਂ ਤਾਂ ਬਾਪੂ ਨਾਲ ਗੱਲਾਂ ਬਾਤਾਂ ਕਰਕੇ ਵਾਕਈ ਰੂਹ ਖੁਸ਼ ਹੋ ਗਈ ਕਿ ਯਾਰ ਬੁਢਾਪੇ ਦੇ ਵਿੱਚ ਵੀ ਜਿੰਨਾ ਮਰਜ਼ੀ ਬੰਦਾ ਬਜ਼ੁਰਗ ਹੋ ਜੇ, ਚਾਹੇ ਸਾਥ ਛੱਡਿਆ ਜਾਵੇ ਜਾਂ ਨਾ, ਪਰ ਆਪਣੇ ਪੁੱਤਾਂ ਲਈ ਹਰ ਸੰਭਵ ਕੋਸ਼ਿਸ਼ ਕਰ ਲਈ ਜਿਹੜਾ ਪਿਓ ਆ ਉਹ ਤਿਆਰ ਹੁੰਦਾ ਹੈ। ਤੇ ਪਿਓ ਕਦੀ ਨਹੀਂ ਚਾਹੁੰਦਾ, ਮਾਪੇ ਕਦੀ ਨਹੀਂ ਚਾਹੁੰਦੇ ਕਿ ਉਹਨਾਂ ਦਾ ਪੁੱਤ ਕਿਸੇ ਟੈਨਸ਼ਨ 'ਚ ਜਾਵੇ ਜਾਂ ਦੁਖੀ ਹੋਵੇ। ਤਾਂ ਅੱਜ ਜਿਵੇਂ ਸਰਵਣ ਪੁੱਤ ਘਟ ਗਏ ਨੇ ਤਾਂ ਇਦਾਂ ਦਾ ਪਿਆਰ ਵੀ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਤਾਂ ਇੱਕ ਮਿਸਾਲ ਕਹਿ ਲਓ, ਬਾਪੂ ਜੀ 60 ਸਾਲ ਦੇ ਲਾਗੇ ਉਮਰ ਹੋ ਗਈ ਬਾਪੂ ਦੀ, ਤੇ ਬਾਪੂ ਸ਼ੁਰੂ ਤੋਂ ਕੀਤਾ ਇਹ ਕਰਦੇ ਆਉਂਦੇ ਤੁਸੀਂ? ਨਹੀਂ ਹਾਂਜੀ, ਮਤਲਬ ਇੰਨਾ ਸਾਰਾ ਕੰਮ ਕੀਤੇ, ਦਿਹਾੜੀ ਵੀ ਕੀਤੀ ਆ, ਪੱਲੇਦਾਰੀ ਕੀਤੀ ਆ। ਇਹ ਰਿਕਸ਼ਾ ਮੈਂ 82 ਦੇ ਵਿੱਚ ਚਾਲੂ ਕੀਤਾ ਹੈ। ਅੱਛਾ, 82 ਤੋਂ ਲੈ ਕੇ ਮੁੜ ਕੇ ਉਸ ਤੋਂ ਬਾਅਦ ਰਿਕਸ਼ਾ ਚਲਾਉਂਦੇ, ਤੇ ਫਿਰ ਪੁੱਤ ਵੀ ਨਾਲ ਹੁੰਦਾ ਸਹਿਯੋਗ ਕਰਦੇ? ਹਾਂਜੀ ਬਾਪੂ ਭਾਵਕ ਕਿਉਂ ਹੋਏ ਜੀ? ਕੀ ਹੋਇਆ ਬਾਪੂ? ਕੋਈ ਨਹੀਂ ਪੁੱਤ, ਬਾਪੂ ਅਸੀਂ ਵੀ ਤੇਰੇ ਪੁੱਤ ਆ ਰਹੇ ਹਾਂ। ਬਾਪੂ ਪਹਿਲਾਂ ਦੱਸ ਹੋਇਆ ਕੀ? ਹੋਇਆ ਕੀ ਦੱਸ, ਕਿਹੜੀ ਗੱਲੋਂ ਭਾਵੁਕ ਹੋਇਆ, ਕੀ ਯਾਦ ਆਇਆ? ਦੱਸ ਬਾਪੂ ਕੀ ਆ ਤੇਰੇ ਦਿਲ ਦੇ ਵਿੱਚ? ਕਿ ਪੁੱਤ ਪਿਆਰ ਨਹੀਂ ਕਰਦਾ? ਦੱਸ ਬਾਪੂ, ਅਸੀਂ ਤੇਰੇ ਨਾਲ ਆ। ਨਹੀਂ ਤਾਂ ਕਰਦੀਆਂ ਮਜਬੂਰੀਆਂ ਹੁੰਦੀਆਂ ਨੇ, ਹਾਂ, ਕਈ ਗੱਲਾਂ ਯਾਦ ਆ ਤੇ ਕਈ ਗੱਲਾਂ ਵੀ ਯਾਦ ਆ ਜਾਂਦੀਆਂ ਨੇ। ਤਾਂ ਕੋਸ਼ਿਸ਼ ਕਰਦੇ ਆ ਬਾਪੂ ਤੋਂ ਪੁੱਛਣ ਦੀ ਕਿ ਬਾਪੂ ਕੀ ਹੋਇਆ। ਤੇ ਬਾਪੂ ਨੇ ਦੱਸਿਆ ਤਾਂ, ਤੇ ਕੋਈ ਨਹੀਂ ਬਾਪੂ, ਅਸੀਂ ਵੀ ਤੇਰੇ ਪੁੱਤ ਆ ਗਏ ਹਾਂ। ਕੋਈ ਗੱਲ, ਜੇ ਕੁਝ ਦਿਲ 'ਚ ਗੱਲ ਹੈਗੀ ਆ ਤਾਂ ਦੱਸ। ਨਹੀਂ ਕੋਈ ਗੱਲ ਨਹੀਂ ਦਿਲ 'ਚ। ਪੱਕੀ ਗੱਲ, ਘਰ ਦੇ ਵਿੱਚ ਸਾਰਾ ਠੀਕ ਠਾਕ ਨੇ? ਉਹ ਠੀਕ ਹੈ, ਬਾਕੀ ਤੁਹਾਨੂੰ ਪਤਾ ਕਿ ਕਾਰਜੋਗ ਹੈਗਾ ਪੁੱਤ ਨਹੀਂ ਬਣਦੇ, ਇੰਨਾ ਇੰਨੇ ਪੁੱਤ ਪਿਆਰ ਨਹੀਂ ਕਰਦੇ। ਜੇ ਪੁੱਤ ਪਿਆਰ ਕਰਦੇ ਹੁੰਦੇ ਤੇ ਫਿਰ ਬਾਪੂ ਰਿਸ਼ਕਾ ਨਾ ਚਲਾਉਂਦਾ ਹੁੰਦਾ ਨਾ। ਨਹੀਂ ਚਲਾਉਣਾ ਚਾਹੀਦਾ। ਇਹ ਤੇ ਮੈਂ ਫਿਰ ਦੁਬਾਰਾ ਵੀ ਗੱਲ ਤੁਹਾਡੇ ਨਾਲ ਕਰਦਾ ਕਿ ਕੰਮ ਕਰਨਾ ਚਾਹੀਦਾ, ਕੰਮ ਮਿਹਨਤ ਤਾਂ ਬਾਪੂ ਕਰਨੀ ਚਾਹੀਦੀ ਹੈ, ਪਰ ਪੁੱਤਾਂ ਨੂੰ ਵੀ ਪਿਆਰ ਕਰਨਾ ਚਾਹੀਦਾ। ਚਲੋ ਦਿਓ ਟਾਈਮ ਨੂੰ ਜਾਓ। ਤਾਂ ਬਿਲਕੁਲ ਬਾਪੂ ਜੀ ਨਾਲ ਗੱਲਬਾਤ ਕੀਤੀ ਆ ਤੇ ਬਾਪੂ ਜੀ ਵੀ ਭਾਵਕ ਹੋ ਗਿਆ। ਤਾਂ ਮੇਨ ਜਿਹੜਾ ਕਿੱਸਾ ਸੀ, ਜਿਹੜਾ ਅੱਜ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਇਹ ਇਹੀ ਸੀ ਕਿ ਅੱਜ ਕੱਲ ਜਿਹੜੇ ਪੁੱਤ ਨੇ ਉਹ ਕਿਵੇਂ ਆਪਣੇ ਬਾਪੂ ਜਾਂ ਪਿਤਾ ਦੇ ਨਾਲ ਪਿਆਰ ਕਰਦੇ ਨੇ, ਕਿ ਫਿਰ ਵੀ ਜਿਹੜਾ ਪਿਓ ਜਿਵੇਂ ਮਰਜ਼ੀ ਆ, ਬਾਪੂ ਦੇ ਘਰ ਦੇ ਹਾਲਾਤ ਕੀ ਨੇ ਅਸੀਂ ਉਹ ਤੋਂ ਅਣਜਾਣ ਆ, ਪਰ ਅਸੀਂ ਕਹਿ ਨਹੀਂ ਸਕਦੇ ਕਿਵੇਂ ਦੇ ਆ। ਪਰ ਜਿੱਦਾਂ ਬਾਪੂ ਜਜ਼ਬਾਤੀ ਹੋਏ ਸੀ ਜਾਂ ਜੋ ਵੀ ਕੀਤਾ ਹੈਗਾ ਸੀ, ਸੋ ਪਰ ਬਾਪੂ ਦੇ ਅੰਦਰ ਜਿਵੇਂ ਮਰਜ਼ੀ ਸੀ, ਪਰ ਬਾਪੂ ਨੇ ਉਹ ਚੀਜ਼ ਹਮੇਸ਼ਾ ਹੀ ਆਪਣੇ ਪੁੱਤ ਲਈ ਸਲਾਮਤੀ ਮੰਗੀ ਆ। ਤੇ ਬਾਪੂ ਨੇ ਇਹ ਵੀ ਅਰਦਾਸ ਕੀਤੀ ਆ ਕਿ ਮਿਹਨਤ ਕਰਨੀ ਚਾਹੀਦੀ ਆ, ਤੇ ਪੁੱਤ ਲਈ ਹਮੇਸ਼ਾ ਹੀ ਜਿਹੜੇ ਪਿਓ ਨੇ ਉਹ ਦੁਆਵਾਂ ਕਰਦੇ ਰਹਿੰਦੇ ਨੇ ਕਿ ਸਾਡੇ ਪੁੱਤ ਨੂੰ ਕੋਈ ਦੁਖੀ ਨਾ ਹੋਵੇ, ਕੋਈ ਖੁਸ਼ੀ ਨਾ ਹੋਵੇ। ਜਿੱਦਾਂ ਦੇ ਹਾਲਾਤ ਨੇ, ਵਾਹਿਗੁਰੂ ਮਿਹਰ ਕਰੇ ਇਹਨਾਂ ਦੇ ਘਰ ਦੇ ਵਿੱਚ ਸਾਰਾ ਕੁਝ ਠੀਕ ਹੋਵੇ ਤੇ ਇਹਨਾਂ ਦਾ ਜਿਹੜਾ ਪੁੱਤ ਆ ਉਹ ਆਗਿਆਕਾਰੀ ਪੁੱਤ ਬਣੇ। ਤਾਂ ਤਸਵੀਰ ਇੱਕ ਵਾਰ ਫਿਰ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਈਆਂ ਜਾਣ। ਤੇ ਇਹ ਹੌਸਲੇ ਹੁੰਦੇ ਨੇ ਮਾਪਿਆਂ ਦੇ
ਜਿਹੜੇ ਉਹ ਹਮੇਸ਼ਾ ਹੀ ਬੁਢਾਪੇ ਤੱਕ ਇਹ ਕਹਿੰਦੇ ਰਹਿੰਦੇ ਨੇ ਕਿ ਸਾਡਾ ਪੁੱਤ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ। ਇਹ ਇੱਕ ਪਿਓ ਪੁੱਤ ਦੀ ਦਾਸਤਾਨ ਦੱਸੀ ਆ, ਇੱਕ ਪਿਓ ਦੀ ਆਪਣੇ ਪੁੱਤ ਪ੍ਰਤੀ ਕੀ ਇੱਛਾ ਹੁੰਦੀ ਆ ਉਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਵੀ ਸਾਨੂੰ ਰਸਤੇ ਦੇ ਵਿੱਚ ਜਾਂਦੇ ਜਾਂਦੇ ਇਹ ਬਾਪੂ ਜੀ ਮਿਲੇ ਨਹੀਂ, ਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਸਾਡਾ ਵੀ ਦਿਲ ਭਾਵਕ ਹੋਇਆ ਜੀ। ਤਾਂ ਇਹ ਤੁਹਾਡੇ ਤੱਕ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਗੱਲ ਕਰਕੇ ਵਧੀਆ ਲੱਗਾ ਹੈ, ਤਾਂ ਆਸ ਕਰਦੇ ਹਾਂ ਤੁਹਾਨੂੰ ਇਹ ਗੱਲਬਾਤ ਕੀਤੀ ਵਧੀਆ ਲੱਗਿਆ ਹੋ ਤੇ ਕੁਝ ਨਾ ਕੁਝ ਇਹ ਤੋਂ ਜ਼ਰੂਰ ਸਿੱਖਿਆ ਹੋਊਗਾ। ਤਾਂ ਹੁਣ ਮੈਨੂੰ ਦਿਓ ਇਜਾਜ਼ਤ, ਕੈਮਰਾਮੈਨ ਕਰਨ ਦੇ ਨਾਲ ਗੁਰਤੇਜ ਸਿੰਘ ਆਓ।